ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਪ੍ਰਭੂ ਅੱਜ ਦੇ ਦਿਨ ਦੇ ਵਿੱਚ ਸਾਨੂੰ ਆਪਣੇ ਵਚਨ ਦੇ ਰਾਹੀਂ ਸਾਨੂੰ ਪਿਤਾ ਦੇ ਨਾਲ ਸਾਡਾ ਕੀ ਰਿਸ਼ਤਾ ਹੈ ਉਸ ਨੂੰ ਗਹਿਰਾਈ ਦੇ ਨਾਲ ਔਰ ਸੱਚਾਈ ਦੇ ਨਾਲ ਔਰ ਉਸ ਦੀ ਆਮਦ ਦੇ ਵਿੱਚ ਸ਼ਰੀਕ ਹੋਣ ਦੇ ਨਾਲ ਸਾਡੇ ਵਿੱਚ ਆਪਣੇ ਭੇਤ ਨੂੰ ਪ੍ਰਗਟ ਕਰੇ, ਜਿਸ ਦੇ ਨਾਲ ਪ੍ਰਭੂ ਦਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਅਤੇ ਵਡਿਆਈ ਸਾਡੇ ਜੀਵਨ ਦੇ ਰਾਹੀਂ ਮਿਲੇ। ਆਓ ਅਸੀਂ ਇਸ ਤੋਂ ਪਹਿਲਾਂ ਪਰਮੇਸ਼ਰ ਦੇ ਇਸ ਵਚਨ ਦੇ ਭੇਤ ਦੇ ਵਿੱਚ ਜਾਈਏ। ਅਸੀਂ ਪ੍ਰਾਰਥਨਾ ਵਿੱਚ ਸ਼ਾਮਿਲ ਹੋਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਰੋਜ਼ਮਰਾ ਦੀ ਜ਼ਿੰਦਗੀ ਦੀ ਤਰ੍ਹਾਂ ਸਾਨੂੰ ਆਪਣਾ ਜੀਵਿਤ ਮੰਨਾ ਦੇ ਕੇ ਆਪਣੇ ਸਵਰਗ ਰਾਜ ਦੀ ਉન્નਤੀ ਦੇ ਵਿੱਚ ਸਾਨੂੰ ਲੈ ਕੇ ਜਾਂਦਾ ਹੈ, ਕਿਉਂਕਿ ਤੂੰ ਸਾਡੀ ਆਤਮਿਕਤਾ ਦੀ ਫਿਕਰ ਕਰਦਾ ਹੈ ਅਤੇ ਸਾਨੂੰ ਉਸ ਫਿਕਰ ਦੇ ਵਿੱਚ ਆਪਣੀ ਰੋਜ਼ਮਰਾ ਦੀਆਂ ਕੂੜ ਗੱਲਾਂ ਜੋ ਸਾਡੀ ਆਤਮਾ ਨੂੰ ਲੋੜ ਹੈ, ਜ਼ਰੂਰਤ ਹੈ, ਉਹ ਸਾਨੂੰ ਦਿੰਦਾ ਹੈ, ਤਾਂ ਕਿ ਅਸੀਂ ਸਰੀਰ ਵਿੱਚ ਹੋ ਕੇ ਤੇਰੀ ਮਹਿਮਾ ਦਾ ਪਾਤਰ ਬਣਦੇ ਹੋਏ ਪਰਮੇਸ਼ਰ ਪਿਤਾ ਤੇਰੇ ਨਾਲ ਜਾ ਮਿਲੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਅੱਜ ਦੇ ਵਚਨ ਦੇ ਭੇਤ ਨੂੰ ਸਾਡੇ ਵਿੱਚ ਪ੍ਰਗਟ ਕਰ, ਤਾਂ ਕਿ ਅਸੀਂ ਉਸ ਨਾਲ ਤ੍ਰਿਪਤ ਹੋ ਸਕੀਏ। ਸੁਣਨ ਵਾਲੇ ਅਤੇ ਬੋਲਣ ਵਾਲੇ ਦੋਨਾਂ ਨੂੰ ਆਪਣੀ ਆਸ਼ੀਸ਼ ਦੇ। ਇਹ ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੈਨ। ਪਿਆਰੇ ਅਜ਼ੀਜ਼, ਅਸੀਂ ਲਗਾਤਾਰ ਪ੍ਰਾਰਥਨਾ ਦੇ ਨਾਲ ਇਸ ਵਿਸ਼ੇ ਨੂੰ ਕਰਦੇ ਜਾ ਰਹੇ ਹਾਂ ਕਿ ਸਾਡਾ ਪਿਤਾ ਦੇ ਨਾਲ ਕੀ ਰਿਸ਼ਤਾ ਹੈ, ਔਰ ਲਗਾਤਾਰ ਅਸੀਂ ਇਸ ਹਿੱਸੇ ਨੂੰ ਕਰਦੇ ਹੋਏ ਅੱਜ 6ਵੇਂ ਪਾਠ ਦੇ ਵਿੱਚ ਪਹੁੰਚ ਚੁੱਕੇ ਹਾਂ। ਪ੍ਰਭੂ ਸਾਨੂੰ ਇਸ ਦੇ ਵਿੱਚ ਇਸ ਵਚਨ ਦੀ ਗਹਿਰਾਈ, ਜਿਸ ਨੂੰ ਮੈਂ ਯੋਹਨਾ 4 ਅਧਿਆਏ ਉਸ ਦਾ 21 ਤੋਂ 24 ਆਇਤਾਂ ਦੇ ਵਿੱਚੋਂ ਲਿਆ ਹੈ, ਜਿਸ ਵਿੱਚ ਮੈਂ ਆਪ ਦੇ ਨਾਲ ਸਾਂਝਾ ਕੀਤਾ ਸੀ ਕਿ ਪ੍ਰਭੂ ਯਿਸੂ ਮਸੀਹ ਲਗਾਤਾਰ ਪਿਤਾ ਦਾ ਸ਼ਬਦ ਦਾ ਇਸਤੇਮਾਲ ਆਪਣੇ ਜੀਵਨ ਦੇ ਵਿੱਚ ਕਰਦਾ ਹੈ, ਤੇ ਉਸ ਦਾ ਅਰਥ ਕੀ ਹੈ ਅਸੀਂ ਇਸ ਵਿੱਚੋਂ ਸਿੱਖ ਰਹੇ ਹਾਂ। ਮੈਂ ਆਪ ਦੇ ਨਾਲ ਹੁਣ ਇਸ ਗੱਲ ਨੂੰ ਪਿਛਲੇ ਪਾਠ ਤੋਂ ਪਿਤਾ ਦਾ ਪੁੱਤਰ ਦੇ ਨਾਲ ਸੰਬੰਧ, ਇਸ ਨੂੰ ਮੈਂ ਪ੍ਰਗਟ ਕਰ ਰਿਹਾ ਸਾਂ, ਔਰ ਮੈਂ ਪਿਛਲੇ ਪਾਠ ਦੇ ਵਿੱਚ ਸਮਾਪਤੀ ਕੀਤੀ ਸੀ ਕਿ ਪੁੱਤਰ ਦੇ ਰਾਹੀਂ ਸਾਡੀ ਪਿਤਾ ਦੇ ਨਾਲ ਪਛਾਣ ਹੁੰਦੀ ਹੈ। ਸਾਡੀ ਆਪਣੇ ਆਪ ਤੋਂ ਪਛਾਣ ਨਹੀਂ, ਜਦ ਤੱਕ ਪੁੱਤਰ ਪਿਤਾ ਦੇ ਨਾਲ ਸਾਡੀ ਪਛਾਣ ਨਾ ਕਰਾਵੇ ਸਾਡੀ ਪਛਾਣ ਨਹੀਂ ਹੋ ਸਕਦੀ ਹੈ। ਔਰ ਇਸ ਨੂੰ ਮੈਂ ਪਹਿਲਾ ਯੋਹਨਾ ਉਸ ਦਾ 5 ਦੇ 20 ਤੱਕ ਆਪ ਦੇ ਨਾਲ ਸਾਂਝਾ ਕੀਤਾ ਸੀ। ਅੱਜ ਮੇਰਾ ਜੋ ਵਾਸਤਵਿਕ ਹੈ ਉਸ ਨੂੰ ਮੈਂ ਆਪ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਜਦੋਂ ਅਸੀਂ ਤੀਤੁਸ ਦੀ ਪੁਸਤਕ ਉਸ ਦਾ 2 ਅਧਿਆਏ 13 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਦਾ ਦਾਸ ਪਿਤਾ ਅਤੇ ਪੁੱਤਰ ਦੇ ਸੰਬੰਧ ਨੂੰ ਸਾਡੇ ਵਿੱਚ ਬੜਾ ਖੋਲ ਕੇ ਔਰ ਬੜਾ ਸਾਫ਼ ਰੀਤੀ ਨਾਲ ਸਾਨੂੰ ਸਮਝਾਉਂਦਾ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ ਤੀਤੁਸ ਦੀ ਪੁਸਤਕ ਉਸ ਦਾ 2 ਅਧਿਆਏ ਉਸ ਦੀ 13 ਹੈ, ਤੇ ਇੱਥੇ ਲਿਖਿਆ ਹੈ, ਅਤੇ ਉਸ ਸ਼ੁਭ ਆਸ ਦੀ ਅਤੇ ਆਪਣੇ ਮਹਾ ਪਰਮੇਸ਼ਰ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਤੇਜ ਦੀ ਪ੍ਰਗਟ ਹੋਣ ਦੀ ਉਡੀਕ ਰੱਖੀਏ। ਪ੍ਰਭੂ ਯਿਸੂ ਮਸੀਹ ਜਦੋਂ ਬੱਦਲਾਂ ਤੇ ਆਵੇਗਾ, ਉਹ ਜਦੋਂ ਬੱਦਲਾਂ ਤੇ ਆਵੇਗਾ ਤਾਂ ਸਾਡਾ ਮੇਲ ਪਿਤਾ ਦੇ ਨਾਲ ਹੋਵੇਗਾ। ਅਸੀਂ ਉਸ ਉਡੀਕ ਵਿੱਚ ਜਾਣਾ ਹੈ। ਉਸ ਉਡੀਕ ਦੇ ਵਿੱਚ ਇਹ ਰਿਸ਼ਤਾ ਉਦੋਂ ਹੋਵੇਗਾ ਪਿਤਾ ਅਤੇ ਪੁੱਤਰ ਦੇ ਮਿਲਣ ਦਾ, ਜਦੋਂ ਅਸੀਂ ਵਿਸ਼ਵਾਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਹੋਏ ਉਸ ਦੀ ਨੇਚਾ ਦੇ ਕਦਮਾਂ ਦੇ ਵਿੱਚ ਚੱਲਦੇ ਹਾਂ, ਤਾਂ ਸਾਨੂੰ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦਾ ਸਾਨੂੰ ਆਪਣੇ ਆਪ ਦੇ ਵਿੱਚ ਪਤਾ ਲੱਗੇਗਾ। ਕਿਵੇਂ? ਜਿਵੇਂ ਅਸੀਂ ਸੰਸਾਰਿਕ ਪਿਤਾ ਹੁੰਦੇ ਹੋਏ ਆਪਣੇ ਬੱਚਿਆਂ ਤੋਂ
ਅਸੀਂ ਇੱਕ ਪੁੱਤਰ ਦੀ ਆਸ ਕਰਦੇ ਹਾਂ ਜਾਂ ਬੱਚੇ ਦੀ ਆਸ ਕਰਦੇ ਹਾਂ, ਤਾਂ ਜਦੋਂ ਬੱਚਾ ਸਾਡੇ ਕੋਲ ਆਉਂਦਾ ਹੈ ਤਾਂ ਇਹ ਇੱਕ ਅਲੌਕਿਕ ਪਿਆਰ ਹੁੰਦਾ ਹੈ ਜਿਹੜਾ ਬੱਚੇ ਨੂੰ ਪਿਤਾ ਦੇ ਨਾਲ ਔਰ ਪਿਤਾ ਨੂੰ ਬੱਚੇ ਦੇ ਨਾਲ ਅਟਰੈਕਸ਼ਨ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਹ ਆਕਰਸ਼ਣ ਸਾਡੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪ੍ਰਗਟ ਹੁੰਦਾ ਹੈ ਔਰ ਪਿਤਾ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੀਤੇ ਹੋਏ ਕਾਰਜਾਂ ਦੇ ਨਾਲ ਸਾਡੇ ਉੱਤੇ ਆਪਣੀ ਅੱਖ ਲਾ ਕੇ ਰੱਖਦਾ ਹੈ। ਇਸੇ ਕਰਕੇ ਬਾਈਬਲ ਦੇ ਵਿੱਚ ਲਿਖਿਆ ਹੈ, ਪਰਮੇਸ਼ਵਰ ਦੀ ਅੱਖ ਧਰਮੀਆਂ ਦੇ ਉੱਤੇ ਸਦਾ ਲੱਗੀ ਰਹਿੰਦੀ ਹੈ, ਕਿਉਂਕਿ ਅਸੀਂ ਧਰਮੀ ਜੋ ਬਣੇ ਹਾਂ ਉਹ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੇ ਨਾਲ, ਉਸ ਉੱਤੇ ਨਿਹਚਾ ਕਰਨ ਦੇ ਨਾਲ ਬਣੇ ਹਾਂ। ਸਾਡੇ ਵਿੱਚ ਨਹੀਂ ਤਾਂ ਕੋਈ ਖੂਬੀ ਜਾਂ ਲਿਆਕਤ ਨਹੀਂ। ਯਸ਼ਾਇਆ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਸਾਡੇ ਕੰਮ ਮੈਲੇ ਚਿੱਥੜੇ ਕੱਪੜਿਆਂ ਦੇ ਸਮਾਨ ਸੀ। ਅਸੀਂ ਇਸ ਯੋਗ ਨਹੀਂ ਸੀ ਕਿ ਅਸੀਂ ਪਿਤਾ ਦੇ ਨਾਲ ਮੇਲ ਕਰ ਸਕੀਏ, ਪਿਤਾ ਦੇ ਕੋਲ ਜਾ ਸਕੀਏ, ਪਿਤਾ ਨਾਲ ਵਾਰਤਾਲਾਪ ਕਰ ਸਕੀਏ। ਇਹ ਸਾਡੀ ਯੋਗਤਾ ਨਹੀਂ ਸੀ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜਿਸ ਨੇ ਸਾਡਾ ਪਿਤਾ ਅਤੇ ਪੁੱਤਰ ਦੇ ਮੇਲ ਦੇ ਵਿੱਚ ਸਾਨੂੰ ਲੈ ਕੇ ਆਉਣ ਦੇ ਲਈ ਆਪਣੀ ਸਿੱਧ ਯੋਜਨਾ ਨੂੰ ਸਾਡੇ ਵਿੱਚ ਭਰਿਆ। ਇਹ ਆਸਾਨ ਨਹੀਂ ਸੀ, ਇਹ ਬਹੁਤ ਸਖਾਲਾ ਵੀ ਨਹੀਂ ਸੀ, ਪਰ ਪਰਮੇਸ਼ਵਰ ਨੇ ਮੇਰੇ ਲਈ ਆਪਣੇ ਪੁੱਤਰ ਦੇ ਰਾਹੀਂ ਉਸ ਮੇਲ ਨੂੰ ਕਰਨ ਦੇ ਲਈ ਸਖਾਲਾ ਕੀਤਾ ਹੈ। ਮੈਂ ਯਾਦ ਕਰਦਾ ਹਾਂ ਜਦੋਂ ਲੂਕਾ ਦੀ ਅੰਜੀਲ ਦੇ ਵਿੱਚ ਅਸੀਂ ਦੋ ਪੁੱਤਰ ਅਤੇ ਇੱਕ ਪਿਤਾ ਦੀ ਉਸ ਵਰਤਾਂਤ ਨੂੰ ਜੋ ਯਿਸੂ ਮਸੀਹ ਦੱਸਦਾ ਹੈ, ਉਸ ਦੇ ਉੱਤੇ ਮੈਂ ਜਦੋਂ ਧਿਆਨ ਕਰਦਾ ਹਾਂ ਕਿ ਅਸੀਂ ਆਪਣੀ ਸਾਰੀ ਪ੍ਰਾਪਰਟੀ ਲੈ ਕੇ, ਅਸੀਂ ਆਪਣਾ ਸਾਰਾ ਕੁਝ ਲੈ ਕੇ ਸੰਸਾਰ ਦੇ ਵਿੱਚ ਗਵਾ ਚੁੱਕੇ ਸੀ। ਸਾਡੇ ਕੋਲ ਕੋਈ ਹੌਪ ਨਹੀਂ ਸੀ, ਸਾਡੇ ਕੋਲ ਕੋਈ ਆਸ ਨਹੀਂ ਸੀ, ਸਾਡੇ ਕੋਲ ਇਹ ਵੀ ਨਹੀਂ ਸੀ ਕਿ ਅਸੀਂ ਮੁੜ ਕੇ ਕਿਸ ਮੂੰਹ ਦੇ ਨਾਲ ਅਸੀਂ ਉਸ ਪਿਤਾ ਦੇ ਕੋਲ ਜਾਈਏ। ਆਦਮ ਨੇ ਇਹ ਸਭ ਕੁਝ ਗਵਾ ਦਿੱਤਾ ਸੀ, ਆਦਮ ਨੇ ਸਭ ਕੁਝ ਖੋ ਦਿੱਤਾ ਸੀ, ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਉਸਨੇ ਮੇਰੇ ਉੱਤੇ ਦਇਆ ਕਰਕੇ ਮੈਨੂੰ ਫੇਰ ਆਪਣੇ ਕੋਲ ਆਉਣ ਦੇ ਲਈ ਰਸਤਾ ਖੋਲ੍ਹਿਆ। ਜਦੋਂ ਅਸੀਂ ਮੁੜਦੇ ਹਾਂ, ਪਿਤਾ ਦੇ ਕੋਲ ਮੁੜਦੇ ਹਾਂ ਕਿ ਅਸੀਂ ਗਲਤੀ ਕੀਤੀ ਹੈ, ਸਾਡੇ ਵਿੱਚ ਪਾਪ, ਅਸੀਂ ਸਵਰਗ ਅਤੇ ਆਪ ਦੇ ਵਿਰੋਧ ਵਿੱਚ ਪਾਪ ਕੀਤਾ ਹੈ, ਇਸ ਗੱਲ ਦੀ ਸਵੀਕ੍ਰਿਤੀ ਕਰਦੇ ਹਾਂ, ਤਦ ਉਹ ਪਿਤਾ, ਜਦੋਂ ਅਸੀਂ ਇਸ ਆਸ ਦੇ ਨਾਲ ਆਉਂਦੇ ਹਾਂ ਤਾਂ ਆਪਣੀਆਂ ਬਾਹਾਂ ਖਿਲਾਰ ਕੇ ਰੱਖਦਾ ਹੈ ਕਿ ਮੇਰਾ ਬੇਟਾ ਜਿਹੜਾ ਖੋ ਗਿਆ ਸੀ ਮੁੜ ਵਾਪਸ ਆ ਗਿਆ ਹੈ। ਕਿੰਨਾ ਅਦਭੁਤ ਹੈ ਇਹ ਦ੍ਰਿਸ਼, ਕਿੰਨਾ ਅਦਭੁਤ ਹੈ ਇਹ ਪਰਮੇਸ਼ਵਰ ਦਾ ਪ੍ਰੇਮ, ਜਿਹੜਾ ਮੈਨੂੰ ਆਪਣੇ ਨਾਲ ਮਿਲਾਉਣ ਦੇ ਲਈ ਆਪਣੇ ਬੇਟੇ ਤੱਕ ਦਾ ਸਰਫਾ ਨਹੀਂ ਕਰ ਰਿਹਾ। ਔਰ ਤੀਤੁਸ ਕਹਿ ਰਿਹਾ ਸੀ ਉਹਦੀ ਉਡੀਕ ਵਿੱਚ ਮੈਂ ਉਸ ਦੀ ਨਿਤ ਪ੍ਰਤੀ ਦਿਨ ਪ੍ਰਾਰਥਨਾ ਕਰਕੇ ਉਡੀਕ ਕਰਦਾ, ਪ੍ਰਭੂ ਤੂੰ ਜਲਦੀ ਆ ਕਿ ਅਸੀਂ ਪਿਤਾ ਦੇ ਨਾਲ ਮੇਲ ਕਰੀਏ। ਕਿ ਤੁਸੀਂ ਕਰਦੇ ਹੋ? ਮੈਂ ਚਾਹੁੰਦਾ ਹਾਂ ਕਿ ਇਸ ਰਿਸ਼ਤੇ ਦੇ ਵਿੱਚ ਅਸੀਂ ਇੰਨਾ ਜ਼ਿਆਦਾ ਮਲੀਨ ਹੋ ਜਾਈਏ ਜਿਹਦੇ ਨਾਲ ਪਿਤਾ ਦੀ ਸਾਰੀ ਆਸ਼ੀਸ਼ ਮੇਰੇ ਜੀਵਨ ਦੇ ਵਿੱਚ ਨਜ਼ਰ ਆਵੇ। ਕਿਉਂਕਿ ਜਦੋਂ ਅਸੀਂ ਪੌਲਸ ਦੀ ਪੱਤਰੀ ਕਰੰਥੀਆਂ ਨੂੰ ਪੜ੍ਹਦੇ ਹਾਂ ਤਾਂ ਉਹ ਕੀ ਕਹਿੰਦਾ ਹੈ ਮੇਰੇ ਅਤੇ ਆਪ ਦੇ ਪ੍ਰਤੀ? ਕਹਿੰਦਾ ਹੈ ਤੁਸੀਂ ਮਸੀਹ ਦੀ ਅੰਜੀਲ ਦੀ ਜਿਉਂਦੀ ਪੱਤਰੀ ਹੋ। ਇਹਦਾ ਮਤਲਬ ਲੋਕ ਸਾਨੂੰ ਪੜ੍ਹਦੇ ਆ ਸਾਡੇ ਵਿੱਚ ਪਿਤਾ ਦੇ ਪ੍ਰੇਮ ਨੂੰ ਅਤੇ ਪੁੱਤਰ ਦੇ ਕਾਰਜ ਨੂੰ, ਜਿਸ ਨਾਲ ਅਸੀਂ ਮਿਲੇ ਆ। ਪਿਆਰੋ, ਅਸੀਂ ਕੋਈ ਆਮ ਵਿਅਕਤੀ ਨਹੀਂ ਆ, ਅਸੀਂ ਬਹੁਮੁੱਲੇ ਹਾਂ। ਅਸੀਂ ਉਹ ਬਹੁਮੁੱਲੇ ਲੋਕ ਹਾਂ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਪਵਿੱਤਰ ਅਤੇ ਅਮਾਲਕ ਲਹੂ ਦੇ ਨਾਲ ਸਾਨੂੰ ਖਰੀਦਿਆ ਹੈ। ਉਸਨੇ ਸੋਨੇ ਚਾਂਦੀ ਜਾਂ ਕਿਸੇ ਹੋਰ ਚੀਜ਼ ਦੀ ਕੀਮਤ ਦੇ ਨਾਲ ਮੈਨੂੰ ਅਤੇ ਆਪ ਨੂੰ ਨਹੀਂ ਖਰੀਦਿਆ ਹੈ। ਮੈਨੂੰ ਅਤੇ ਆਪ ਨੂੰ ਉਸ ਰਿਸ਼ਤੇ ਦੇ ਨੇੜੇ ਲੈ ਕੇ ਆਉਣ ਦੇ ਲਈ ਉਸਨੇ ਉਸ ਪੁੱਤਰ ਨੂੰ ਦਿੱਤਾ, ਜਿਸ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਮੈਂ ਜਾ ਰਿਹਾ ਉਸੇ ਤਰ੍ਹਾਂ ਮੁੜ ਮੈਂ ਆਵਾਂਗਾ। ਕਾਹਦੇ ਲਈ? ਪਿਤਾ ਦੇ ਮਿਲਾਪ ਦੇ ਲਈ।
ਯਿਸੂ ਮਸੀਹ ਦਾ ਇਹੀ ਸ਼ਬਦ ਸੀ ਇੱਥੇ। ਕਹਿੰਦਾ ਹੈ ਕਿ ਪਿਤਾ ਅਜਿਹੇ ਭਗਤਾਂ ਨੂੰ ਭਾਲ ਰਿਹਾ ਹੈ ਜਿਹੜੇ ਉਹਦੀ ਭਗਤੀ ਆਤਮਾ ਤੇ ਸੱਚਾਈ ਨਾਲ। ਇਹ ਭਗਤੀ ਕਿੱਦਾਂ ਕਰ ਅਸੀਂ ਯਿਸੂ ਮਸੀਹ ਦੇ ਵਿੱਚ ਕਰ ਸਕਦੇ। ਮੇਰੇ ਵਿੱਚ ਇਹ ਯੋਗਤਾ ਨਹੀਂ ਸੀ। ਮੈਂ ਪਹਿਲਾਂ ਹੀ ਦੱਸ ਰਿਹਾ ਹਾਂ, ਮੈਂ ਜਦੋਂ ਇਸ ਗੱਲ ਨੂੰ ਪ੍ਰਾਪਤ ਕੀਤਾ, ਜਦੋਂ ਮੈਂ ਇਸ ਵਿੱਚ ਆਇਆ, ਤਾਂ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਪਿੱਛੇ ਮੇਰੇ ਰਿਸ਼ਤੇਦਾਰ ਹੈ, ਪਿੱਛੇ ਮੇਰੇ ਭੌਤਿਕ ਵਸਤਾਂ ਪਈਆਂ ਹੋਈਆਂ ਹੈ, ਪਿੱਛੇ ਮੇਰੇ ਬਹੁਤ ਸਾਰੇ ਆਦਰ ਸਤਿਕਾਰ ਦੇ। ਮੈਂ ਉਹ ਸਾਰੀਆਂ ਚੀਜ਼ਾਂ ਨੂੰ, ਜਿਵੇਂ ਪੌਲਸ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਕੂੜਾ ਸਮਝਦਾ। ਉਹਨਾਂ ਦੇ ਵਿੱਚ ਮੇਰਾ ਕੋਈ ਆਪਣਾ ਵਜੂਦ ਨਹੀਂ ਹੈ। ਵਜੂਦ ਮੇਰਾ ਪੁੱਤਰ ਦੇ ਨਾਲ, ਉਸ ਦੇ ਵਿਸ਼ਵਾਸ ਉੱਤੇ ਪਿਤਾ ਦੇ ਨਾਲ ਹੈ, ਜਿਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮੇਰੇ ਜੀਵਨ ਦੇ ਵਿੱਚ ਕਮੀ ਨਹੀਂ। ਉਹ ਸਾਡੇ ਸਰੀਰ ਦੇ ਵਿੱਚ ਹੋ ਕੇ ਸਾਨੂੰ ਆਤਮਾ ਦੇ ਨਾਲ ਜੀਵੰਤ ਕਰਦਾ ਹੈ। ਕਿੰਨੀ ਵੱਡੀ ਤਾਕਤ ਉਹ ਸਾਨੂੰ ਦਿੰਦਾ ਹੈ। ਅਸੀਂ ਕੋਈ ਛੋਟੀ ਮੋਟੀ ਪਾਵਰ ਦੇ ਵਿੱਚ ਨਹੀਂ ਹਾਂ, ਅਸੀਂ ਅਜਿਹੀ ਅਲੌਕਿਕ ਪਾਵਰ ਦੇ ਵਿੱਚ ਹਾਂ ਜਿਸ ਨੇ ਮੈਨੂੰ ਸਦਾ ਜੀਵੰਤ ਰਹਿਣ ਦਾ ਬਲ ਦਿੱਤਾ ਹੈ। ਇਸ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੈ ਜਿਹੜਾ ਸਾਨੂੰ ਸਦਾ ਜੀਵੰਤ ਰਹਿਣ ਦਾ ਬਲ ਦੇ ਸਕਦਾ ਹੈ। ਬਾਈਬਲ ਦੇ ਵਿੱਚ ਜਦੋਂ ਮੈਂ ਯਹੋਨਾ ਦੀ ਅੰਜੀਲ ਉਸ ਦਾ 11 ਅਧਿਆਇ 25 ਆਇਤ ਨੂੰ ਪੜ੍ਹਦਾ, ਉਹ ਬਾਰ-ਬਾਰ ਮੈਨੂੰ ਪ੍ਰੋਤਸਾਹਿਤ ਕਰਦੀ ਹੈ। ਕਹਿੰਦਾ ਹੈ ਕਿ ਜਿਉਣ ਅਤੇ ਪੁਨਰਥਾਨ ਮੈਂ ਹਾਂ। ਜਿਹੜਾ ਕੋਈ ਮੇਰੇ ਉੱਤੇ ਨੀਚਾ ਕਰਦਾ ਹੈ, ਜੇ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ। ਇਹ એનર્ਜੀ ਦਿੰਦਾ ਹੈ, ਤਾਕਤ ਦਿੰਦਾ ਹੈ, ਨਿਤ ਪ੍ਰਤੀ ਦਿਨ ਤਾਕਤ। ਭਾਵੇਂ ਅਸੀਂ ਬਿਮਾਰੀਆਂ ਦੇ ਵਿੱਚ ਹੋ ਕੇ ਜਾਈਏ, ਭਾਵੇਂ ਅਸੀਂ ਸੰਤਾਪ ਦੇ ਵਿੱਚ ਹੋ ਕੇ ਜਾਈਏ, ਭਾਵੇਂ ਅਸੀਂ ਦੁੱਖਾਂ ਦੇ ਵਿੱਚ ਹੋ ਕੇ ਜਾਈਏ, ਭਾਵੇਂ ਅਸੀਂ ਸਤਾਪ ਦੇ ਵਿੱਚ ਹੋ ਕੇ ਜਾਈਏ, ਪਰ ਇਹ ਵਚਨ ਮੈਨੂੰ ਤਾਕਤ ਦਿੰਦਾ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰ ਰਿਹਾ ਸੀ ਕਿਸੇ ਦੇ ਨਾਲ, ਉਸ ਨੂੰ ਮੈਂ ਆਪਣੇ WhatsApp ਦੇ ਵਿੱਚ ਵੀ ਸ਼ੇਅਰ ਕੀਤਾ। ਮੈਂ ਇਹ ਗੱਲ ਕਹਿ ਰਿਹਾ ਸੀ, ਜੇ ਅਸੀਂ ਜਿਉਂਦੇ ਹਾਂ ਤਾਂ ਮਸੀਹ ਮੇਰੇ ਨਾਲ ਹੈ, ਜੇ ਅਸੀਂ ਮਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਨਾਲ। ਕਿਉਂ? ਪਰਮੇਸ਼ਵਰ ਪੁੱਤਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ, ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋਗੇ। ਇਹਦਾ ਮਤਲਬ 1 ਮਿੰਟ ਦੇ ਲਈ, 1 ਸੈਕਿੰਡ, 1 ਪਲ ਦੇ ਲਈ ਵੀ ਪਰਮੇਸ਼ਵਰ ਸਾਨੂੰ ਆਪਣੇ ਤੋਂ ਜੁਦਾ ਨਹੀਂ ਕਰਦਾ। ਇਹੀ ਹੈ ਪਿਤਾ ਅਤੇ ਪੁੱਤਰ ਦੇ ਰਿਸ਼ਤੇ ਦਾ ਸੰਬੰਧ, ਜਿਸ ਨੂੰ ਤੀਤੁਸ ਨੇ ਬੜੇ ਸਾਫ਼ ਤਰੀਕੇ ਦੇ ਨਾਲ ਮੇਰੇ ਅਤੇ ਆਪ ਦੇ ਵਿੱਚ ਪ੍ਰਗਟ ਕੀਤਾ ਹੈ। ਔਰ ਇਹਦੇ ਵਿੱਚ ਸਾਨੂੰ ਆਪਣੇ ਆਪ ਨੂੰ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪਿਤਾ ਨੂੰ ਜਦੋਂ ਅਸੀਂ ਯਿਸੂ ਮਸੀਹ ਦੇ ਵਿੱਚ ਯਾਦ ਕਰਦੇ ਹਾਂ, ਤਾਂ ਜਿਸ ਤਰ੍ਹਾਂ ਅਸੀਂ ਇੱਕ ਬੱਚੇ ਨੂੰ ਆਪਣੇ ਨੂੰ ਸਿਰ ਦੇ ਉੱਤੇ ਹੱਥ ਫੇਰਦੇ ਹਾਂ, ਉਸ ਦੇ ਨਾਲ ਪਿਆਰ ਉਹ ਅੰਦਰੋਂ ਅੰਦਰ ਵੱਧਦਾ ਅਤੇ ਫੁੱਲਦਾ ਹੈ। ਮੈਨੂੰ ਯਾਦ ਹੈ ਜਦੋਂ ਵੀ ਅਸੀਂ ਆਪਣੇ ਪਿਤਾ ਦੇ ਕੋਲ ਜਾਂਦੇ ਸੀ ਤਾਂ ਹੱਥ ਫਿਰਦਾ ਸੀ, ਤਾਂ ਅੰਦਰੋਂ ਆਪਣੀ ਇੱਕ ਅਜਿਹੀ ਸਾਨੂੰ ਖੁਸ਼ੀ ਪੈਦਾ ਹੁੰਦੀ ਸੀ ਔਰ ਅਜਿਹੀ એનર્ਜੀ ਪੈਦਾ ਹੁੰਦੀ ਕਿ ਅਸੀਂ ਇਸ ਦੇ ਲਈ ਹੋਰ ਵੀ ਕੁਝ ਕਰੀਏ। ਤੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ, ਤੇ ਮੈਂ ਕੀ ਕਰ ਰਿਹਾ? ਉਸ ਰਿਸ਼ਤੇ ਦੇ ਵਿੱਚ ਮੈਂ ਕੀ ਕਰ ਰਿਹਾ? ਮੈਂ ਝੂਠ ਦੇ ਨਾਲ ਪਿੰਗਾ ਪਾ ਕੇ ਰੱਖੀਆਂ, ਮੈਂ ਸੰਸਾਰ ਦੇ ਨਾਲ ਪਿੰਗਾ ਪਾ ਕੇ ਰੱਖੀਆਂ, ਮੈਂ ਸੰਸਾਰ ਦੇ ਵਿਚਾਰਾਂ ਦੇ ਨਾਲ ਪਿੰਗਾ ਪਾ ਕੇ ਰੱਖੀਆਂ। ਇਹ ਮੇਰੇ ਵਿਚਾਰ ਨਹੀਂ। ਕਈ ਲੋਕ ਮਸੀਹ ਦੇ ਵਿੱਚ ਹੁੰਦੇ ਹੋਏ ਵੀ ਮੈਂ ਦੇਖਿਆ ਹੈ ਕਿ ਉਹ ਸੰਸਾਰ ਦੇ ਵਿਚਾਰਾਂ ਨੂੰ ਲੈ ਕੇ ਆਪਣੀ ਪ੍ਰਤਿਭਾ ਪ੍ਰਗਟ ਕਰਦੇ ਆ। ਮੈਂ ਉਹਨਾਂ ਨੂੰ ਕੂੜਾ ਸਮਝਦਾ, ਕੂੜਾ, ਕਿਉਂਕਿ ਉਹਨਾਂ ਕੋਲ ਜੀਵਨ ਨਹੀਂ ਹੈ, ਉਹਨਾਂ ਕੋਲ ਜੀਵਨ ਦੀਆਂ ਗੱਲਾਂ ਨਹੀਂ ਹੈ। ਚੇਲਿਆਂ ਨੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿਹੜਾ ਮੇਰੇ ਮਾਸ ਦੇ ਵਿੱਚੋਂ ਮਾਸ ਨਹੀਂ ਖਾਂਦਾ, ਜਿਹੜਾ ਮੇਰੇ ਲਹੂ ਦੇ ਵਿੱਚੋਂ ਲਹੂ ਨਹੀਂ ਪੀਂਦਾ, ਉਹਦੀ ਮੇਰੇ ਨਾਲ ਕੋਈ ਸਾਂਝ ਨਹੀਂ, ਤਦ ਕਈ ਚੇਲੇ ਪਿੱਛੇ ਮੁੜ ਗਏ। ਯਹੋਨਾ ਦੀ ਅੰਜੀਲ 6 ਅਧਿਆਇ ਦੇ ਵਿੱਚ ਤਦ ਪ੍ਰਭੂ ਨੇ ਜਦੋਂ 12 ਚੇਲੇ ਰਹਿ ਗਏ, ਉਹਨਾਂ ਨੂੰ ਕਿਹਾ ਜੇ ਤੁਸੀਂ ਵੀ ਜਾਣਾ ਚਾਹੁੰਦੇ ਜਾਓ। ਪਰ ਪਤਰਸ ਨੇ ਕਿਹਾ ਮੁੜ ਕੇ, ਪ੍ਰਭੂ ਜੀ ਅਸੀਂ ਕਿੱਥੇ ਜਾਈਏ? ਅਨੰਤ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹੈ।
ਕਈ ਵਿਸ਼ਵਾਸੀ ਇਸ ਅਨੰਤ ਜੀਵਨ ਦੀਆਂ ਗੱਲਾਂ ਨੂੰ ਨਾ ਸਮਝਦੇ ਹੋਏ ਸੰਸਾਰ ਦੇ ਬਾਕ ਨੂੰ ਆਪਣੇ ਵਿੱਚ ਲੈ ਕੇ, ਮੈਂ ਦੇਖਦਾ ਸਟੇਟਸ ਦੇ ਵਿੱਚ ਉਹ ਕਦੇ ਕਿਸੇ ਦੀ ਆਪਣਾ ਗੱਲ ਪਾ ਦਿੰਦੇ, ਕਦੇ ਕਿਸੇ ਦੀ ਗੱਲ ਪਾ ਦਿੰਦੇ। ਉਹਨਾਂ ਨੂੰ ਇਸ ਜੀਵਿਤ ਪਰਮੇਸ਼ਰ ਦੇ ਵਚਨ ਦੇ ਵਿੱਚ, ਜਿਸ ਪਿਤਾ ਨੇ ਸਾਡੇ ਮੁਰਦਾ ਜੀਵਨਾਂ ਦੇ ਵਿੱਚ ਮਸੀਹ ਯਸੂ ਦੇ ਨਾਲ ਜੀਵਨ ਪਾਇਆ ਕਿ ਅਸੀਂ ਪਿਤਾ ਦੇ ਨਾਲ ਮਿਲ ਕੇ ਜੀਵੰਤ ਉਸ ਦੀ ਭਗਤੀ ਕਰ ਸਕੀਏ ਹਮੇਸ਼ਾ ਹਮੇਸ਼ਾ, ਉਸ ਦੀ ਉਹ ਆਲੋਚਨਾ ਕਰਦੇ ਆ ਇਹ ਗੱਲਾਂ ਕਰਕੇ। ਟੈਂਪਲਸ ਦੇ ਵਿੱਚ ਜਾਂਦੇ ਆ, ਉਹਨਾਂ ਦੇ ਵਰਗੇ ਕੰਮ ਕਰਦੇ ਆ। ਅਜਿਹੇ ਵਿਸ਼ਵਾਸੀ ਲੋਕਾਂ ਨੂੰ ਮੈਂ ਦੇਖਿਆ ਹੈ, ਉਹ ਵਿਸ਼ਵਾਸ ਦੇ ਯੋਗ ਨਹੀਂ ਹੈ, ਜਾਣਦੇ ਹੋਏ ਵੀ। ਇੱਥੋਂ ਤੱਕ ਕਿ ਪ੍ਰਭੂ ਦੇ ਸੇਵਕ ਵੀ ਮੈਂ ਇਹੋ ਜਿਹੇ ਕੰਮ ਕਰਦੇ ਦੇਖੇ ਆ। ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਸੀ, ਤਦ ਮੈਂ ਜਦੋਂ ਵਿਵਸਥਾ ਸਾਰ ਦੀ ਪੁਸਤਕ ਨੂੰ, ਉਸ ਦੇ 7 ਅਧਿਆਏ ਨੂੰ ਪੜ੍ਹਿਆ ਸੀ, ਤਦ ਪਰਮੇਸ਼ਰ ਦੀ ਇੱਕ ਗੱਲ ਮੇਰੇ ਜੀਵਨ ਦੇ ਵਿੱਚ ਬਹਿ ਗਈ। ਔਰ ਉਦੋਂ ਤੋਂ ਲੈ ਕੇ ਅੱਜ ਤੱਕ ਟੈਂਪਲ ਦੇ ਕੋਲ ਨਹੀਂ ਜਾਂਦਾ। ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਮਸੀਹ ਯਸੂ ਦੇ ਜੀਵਨ ਅਤੇ ਉਸ ਜੀਵਨ ਨੂੰ ਤੁਲਨਾ ਕਰਕੇ ਦੱਸਦਾ ਕਿ ਉਹ ਮੁਰਦਾ ਹੈ ਤੇ ਅਸੀਂ ਜੀਵੰਤ ਹਾਂ। ਪ੍ਰਭੂ ਨੇ ਕਿਉਂ ਕਿਹਾ ਕਿ ਤੁਸੀਂ ਪਰਮੇਸ਼ਰ ਦੇ ਜੀਵਤੇ ਮੰਦਰ ਹੋ? ਕਿੰਨਾ ਵੱਡਾ ਆਦਰ ਦਿੱਤਾ ਹੈ। ਅਸੀਂ ਉਸ ਆਦਰ ਨੂੰ ਮਿੱਥੇ ਸਮਝਦੇ ਹਾਂ ਸੰਸਾਰ ਦੀਆਂ ਗੱਲਾਂ ਦੇ ਨਾਲ। ਨਹੀਂ ਮੇਰੇ ਭਰਾ, ਮੇਰੀ ਭੈਣ, ਇਹ ਗੱਲ ਸਾਡੇ ਜੀਵਨ 'ਚ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਮੇਰੇ ਪ੍ਰਭੂ ਨੇ ਮੈਨੂੰ ਆਪਣੇ ਨਾਲ ਇੱਕ ਪ੍ਰਗਾੜ ਰਿਸ਼ਤਾ ਦੇਣ ਦੇ ਲਈ ਆਪਣੇ ਜੀਵਨ ਨੂੰ ਇਸ ਧਰਤੀ ਦੇ ਉੱਤੇ ਪਵਿੱਤਰਤਾ ਦੇ ਨਾਲ ਮੈਨੂੰ ਮੁੱਲ ਖਰੀਦਣ ਦੇ ਲਈ ਦਿੱਤਾ ਹੈ। ਇਸ ਵਿਸ਼ਵਾਸ ਦੇ ਨਾਲ ਨਿਤ ਪ੍ਰਤੀ ਦਿਨ ਅਸੀਂ ਜੀਵਨ ਦੇ ਵਿੱਚ ਜਿਉਣਾ ਹੈ। ਇੱਕ ਹੋਰ ਵਚਨ ਮੈਂ ਪੜਾਂਗਾ ਇਸ ਦੇ ਨਾਲ, ਇਬਰਾਨੀਆਂ ਦੀ ਪੁਸਤਕ, ਉਸ ਦਾ 1 ਅਧਿਆਇ, ਉਸ ਦੀ 8 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜੋ ਪਰਮੇਸ਼ਰ ਨੇ ਮੈਨੂੰ ਜੀਵਨ ਦਿੱਤਾ। ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਯੁਗੋ ਯੁਗ ਪਰਮੇਸ਼ਰ ਹੈ, ਭਾਵ ਪਿਤਾ ਹੈ, ਅਤੇ ਸਦਿਆਈ ਦਾ ਆਸ ਤੇਰੇ ਰਾਜ ਦਾ ਆਸਾ ਹੈ। ਕਿੰਨੀ ਵੱਡੀ ਗੱਲ ਲਿਖੀ ਹੋਈ ਹੈ। ਕਹਿੰਦਾ ਤੇਰੇ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਯੁਗੋ ਯੁਗ ਪਰਮੇਸ਼ਰ ਹੈ, ਪਿਤਾ ਹੈ। ਪੁੱਤਰ ਦੇ ਨਾਲ, ਪਿਤਾ ਦੇ ਨਾਲ ਯੁਗੋ ਯੁਗ ਕਦੇ ਨਾ ਖਤਮ ਹੋਣ ਵਾਲਾ ਰਾਜ ਮੈਨੂੰ ਮਿਲ ਰਿਹਾ ਹੈ। ਕਿੰਨਾ ਪ੍ਰਗਾੜ ਰਿਸ਼ਤਾ। ਇਹ ਕੌਣ ਦੇ ਸਕਦਾ? ਪਿਤਾ। ਮਿਲਕ ਪਿਤਾ ਕੋਲ ਹੈ। ਉਹ ਮਿਲਕ ਦਾ ਬਿਆਨਾ ਮੇਰੇ ਲਈ ਪ੍ਰਭੂ ਯਿਸੂ ਮਸੀਹ ਨੇ ਕਾਲਵਰੀ ਕਰੂਸ ਤੇ ਦਿੱਤਾ। ਹੁਣ ਜਦੋਂ ਆਏਗਾ ਤਾਂ ਮੇਰਾ ਹੋ ਜਾਏਗਾ। ਭਾਈ ਭੇਤ ਦੀ ਗੱਲ ਹੈ। ਇਸ ਨੂੰ ਅਸੀਂ ਜੇ ਸਮਝ ਗਏ ਤਾਂ ਸਾਨੂੰ ਨਿਰਾਸ਼ਾ ਨਹੀਂ ਆਣੀ ਚਾਹੀਦੀ। ਅਸੀਂ ਭਾਵੇਂ ਬਿਮਾਰੀਆਂ ਦੇ ਵਿੱਚ ਹੋ ਕੇ ਜਾਈਏ, ਕਲੇਸ਼ਾਂ ਦੇ ਵਿੱਚ ਹੋ ਕੇ ਜਾਈਏ, ਦੁੱਖਾਂ ਦੇ ਵਿੱਚ ਹੋ ਕੇ ਜਾਈਏ, ਪਰ ਮੇਰੇ ਲਈ ਭਵਿੱਖ ਦੇ ਵਿੱਚ ਯੁਗੋ ਯੁਗ ਦਾ ਰਾਜ ਕਦੇ ਖਤਮ ਹੋਣਾ ਪਿਤਾ ਦੇ ਵਿੱਚ। ਪਿਤਾ ਸਾਡੇ ਵਿੱਚ ਹੋਵੇਗਾ, ਅਸੀਂ ਉਹਦੇ ਆਲੇ ਦੁਆਲੇ। ਵੰਡਰਫੁਲ ਦ੍ਰਿਸ਼, ਇਹ ਬਹੁਤ ਅਦਭੁਤ ਦ੍ਰਿਸ਼ ਹੈ ਜਿਹੜਾ ਮੈਨੂੰ ਪਿਤਾ ਅਤੇ ਪੁੱਤਰ ਦੇ ਵਿੱਚ ਮਿਲ ਰਿਹਾ। ਕੀ ਤੁਸੀਂ ਉਸ ਰਿਸ਼ਤੇ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ? ਤਿਆਰ ਕੀਤਾ ਹੈ ਤਾਂ ਤੁਸੀਂ ਮੁਬਾਰਕ ਹੋ। ਜੇ ਨਹੀਂ ਤਿਆਰ ਕੀਤਾ ਤਾਂ ਆਪਣੇ ਵਿੱਚ ਇਸ ਗੱਲ ਦੀ ਤਿਆਰੀ ਕਰੋ ਤਾਂ ਕਿ ਅਸੀਂ ਉਸ ਅਦਭੁਤ ਰਿਸ਼ਤੇ ਦੇ ਵਿੱਚ ਜਾ ਕੇ ਪਰਮੇਸ਼ਵਰ ਦੀ ਅਦਭੁਤ ਮਿਰਾਸ ਨੂੰ ਪ੍ਰਾਪਤ ਕਰ ਸਕੀਏ। ਪਰਮੇਸ਼ਵਰ ਸਾਨੂੰ ਅਜਿਹੀ ਆਸ਼ੀਸ਼ ਨੂੰ, ਮਿਰਾਸ ਨੂੰ ਪ੍ਰਾਪਤ ਕਰਨ ਦੇ ਲਈ ਸਾਡੀ ਮਦਦ ਕਰੇ। ਮੈਂ ਇਸ ਵਚਨ ਦੇ ਇਸ ਜੋ ਭੇਤ ਹੈ ਇਸੇ ਜਗ੍ਹਾ ਦੇ ਉੱਤੇ ਰੋਕਦਾ ਹਾਂ। ਕੱਲ ਫੇਰ ਅਸੀਂ ਇਸ ਭੇਤ ਦੇ ਅਗਲੇ ਪੜਾਵ ਦੇ ਵਿੱਚ ਮਿਲਾਂਗੇ, ਜਿਸ ਵਿੱਚ ਯਿਸੂ ਮਸੀਹ ਮਨੁੱਖ ਦੇ ਰੂਪ ਵਿੱਚ ਪਿਤਾ ਦੇ ਅਧੀਨ ਸੀ, ਤਾਂ ਕਿ ਅਸੀਂ ਵੀ ਉਸ ਅਧੀਨਤਾ ਦੇ ਵਿੱਚ ਆਪਣੇ ਇਸ ਜੀਵੰਤ ਸਫ਼ਰ ਦੇ ਵਿੱਚ ਉਸ ਦੇ ਨਾਲ ਮਿਲੀਏ। ਪ੍ਰਭੂ ਤਦ ਤੱਕ ਦੇ ਲਈ ਸਾਨੂੰ ਵਿਰਾਮ ਦੇਵੇ। ਆਪ ਸਭ ਨੂੰ ਆਸ਼ੀਸ਼ ਪ੍ਰਭੂ ਦੇਵੇ ਔਰ ਪ੍ਰਭੂ ਦੀ ਮਹਿਮਾ ਸਭ ਦੇ ਵਿੱਚ ਹੁੰਦੀ ਰਹੇ। ਜੈ ਮਸੀਹ ਦੀ। ਮਾਰਾਨਾਥਾ।